ਉਹ ਕਹਿੰਦੇ ਚੰਨੀ ਸਾਹਿਬ ਜੇ ਸਰਕਾਰ ਸੁੱਖ ਸਾਂਦ ਨਾਲ ਵਧੀਆ ਚਲਾਉਣੀ ਹੈ ਤਾਂ ਪੰਜ ਚਾਰ ਕਾਂ ਇੱਥੇ ਤੁਰੇ ਫਿਰਦੇ ਨੇ, ਇੱਕ ਮਾਰ ਕੇ ਟੰਗ ਦਿਓ। ਪਹਿਲੀ ਵਾਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਭਗਵੰਤ ਸਿੰਘ ਮਾਨ ਨੇ ਟੰਗ ਕੇ ਦਿਖਾਤਾ। ਚਾਰ ਗਾਂਧੀ ਜੀ ਕੋਲ ਹੋਣਗੇ ਤੇ ਵਡੇਪਾ ਚੰਗਾ ਕੱਟ ਜਾਵੇਗਾ। ਪੰਜਾਬੀ ਦੀ ਕਹਾਵਤ ਆ ਕਿ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ। ਇਹ ਤਾਂ ਭਗਵੰਤ ਮਾਨ ਨੇ ਛੱਕਾ ਨਹੀਂ ਅੱਠਾ ਮਾਰਤਾ ਤੇ ਬਾਲ ਸਟੇਡੀਅਮ ਤੋਂ ਬਾਹਰ ਹੈ। ਜੇ ਨੂੰਹ ਨੂੰ ਸੁਣਾਉਣਾ ਹੋਵੇ ਤਾਂ ਬੇਬੇ ਪਹਿਲਾਂ ਧੀ ਨੂੰ ਸੁਣਾਉਂਦੀ ਹੁੰਦੀ ਹੈ। ਇਹਨੂੰ ਸ਼ਬਦ ਆ ਕਿ ਨੂੰਹੇ ਕੰਨ ਕਰੀ ਧੀਏ ਗੱਲ ਸੁਣੀ। ਇਸ ਵੇਲੇ ਕਿਹਾ ਕਿ ਇਹਦੀ ਪੂਰੀ ਜਾਂਚ ਕਰੋ। ਉਦੋਂ ਜਾਂਚਾਂ ਹੁੰਦੀਆਂ ਸੀ। ਉਹ ਕਾਕਾ ਖਿਆਲ ਰੱਖਿਓ ਬੰਦਾ ਆਪਣਾ ਹੀ ਹੈ। ਕੈਪਟਨ ਅਮਰਿੰਦਰ ਸਿੰਘ ਵੇਲੇ ਇਲਜ਼ਾਮ ਲੱਗੇ ਕਿ ਵਜੀਫਿਆਂ ਵਾਲਾ ਮੰਤਰੀ, ਉਹਦੇ ਕੋਲੇ ਜੰਗਲਾਤ ਦਾ ਚਾਰਜ ਵੀ ਹੈ, ਉਹ ਫੱਟੇ ਚੱਕੀ ਜਾਂਦਾ ਹੈ। ਉਦੋਂ ਕੁਝ ਨਹੀਂ ਹੋਇਆ ਤੇ ਅੱਜ ਜੰਗਲਾਤ ਦੀਆਂ ਉਹੀ ਜ਼ਮੀਨਾਂ ਕੱਢੀਆਂ ਜਾ ਰਹੀਆਂ ਨੇ। ਧਾਲੀਵਾਲ ਸਾਹਿਬ, ਆ ਛੋਟੇ ਚੂਚੇ ਨਾ ਮਰੋੜੋ, ਵੱਡਾ ਬੱਕਰਾ ਇੱਕੋ ਹੀ ਫੜ ਲਓ। ਸਿਮਰਜੀਤ ਸਿੰਘ ਮਾਨ ਨੇ ਤਾਂ ਐਲਾਨ ਕਰਤਾ ਕਿ ਉਹ ਸੰਗਰੂਰ ਦੀ ਲੋਕ ਸਭਾ ਦੀ ਉਪ ਚੋਣ ਲੜਨਗੇ। ਅੱਗੇ ਸੰਗਰੂਰ ਦੇ ਲੋਕ ਉਹਨਾਂ ਨੂੰ ਅਪਣਾਉਂਦੇ ਆ ਨਹੀਂ ਅਪਣਾਉਂਦੇ, ਇਹ ਸਮਾਂ ਦੱਸੇ। 2008 ਦੇ ਵਿੱਚ ਉਹਦੇ ਸੋਧ ਕੀਤੀ ਸੀ। ਪਹਿਲੀ ਗੱਲ ਤਾਂ ਜਿਨ੍ਹਾਂ ਲੋਕਾਂ ਨੇ ਇਹ ਪੰਜਾਬ ਸੂਬੇ ਤੋਂ ਸੂਬੀ ਬਣਵਾਈ, ਇਸ ਪੰਜਾਬੀ ਮਾਂ ਬੋਲੀ ਪ੍ਰਤੀ ਉਹ ਵੀ ਸਰਹੱਦ ਨਹੀਂ ਸੀ। ਫਰੀਦਾਬਾਦ ਉਹ ਸਾਰਾ ਏਰੀਆ ਪੰਜਾਬ ਦੇ ਵਿੱਚ ਹੁੰਦਾ ਸੀ, ਕੀ ਖੱਟਿਆ ਸੀ ਸੂਬੀ ਬਣਾ ਕੇ। ਲਲਕਾਰ ਕੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ, ਗੁਰੂ ਸਾਹਿਬ ਦੇ ਬੀੜ ਚੋਰੀ ਕੀਤੀ ਗਈ ਤੇ ਕਿਹਾ ਕਿ ਉਹੀ ਕੁਝ ਕੀਤਾ। ਉਹਨਾਂ ਦੇ ਅੰਗ ਗਲੀਆਂ ਦੇ ਵਿੱਚ, ਨਾਲੀਆਂ ਦੇ ਵਿੱਚ ਸੁੱਟੇ ਗਏ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦੇ 'ਤੇ ਚਰਚਾ ਕਰਦੇ ਹਾਂ। ਚਰਚਾ ਕਰਨ ਲਈ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ, ਉਹਨਾਂ ਦਾ ਸਵਾਗਤ ਕਰ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੱਗੂ ਸਾਹਿਬ, ਠੀਕ ਹੋ? ਵਧੀਆ ਜੀ ਵਧੀਆ। ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦਾ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਕਈ ਮੰਤਰੀ ਬਣਾਏ ਸਨ, ਜਿਸ ਨੂੰ ਲੈ ਕੇ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਅੰਦਰ ਜਿਹੜਾ ਭ੍ਰਿਸ਼ਟਾਚਾਰ ਖਤਮ ਕੀਤਾ ਜਾਵੇਗਾ, ਜਿਸ ਦੇ ਤਹਿਤ ਉਹਨਾਂ ਨੇ ਅੱਜ ਇੱਕ ਆਪਣਾ ਮੰਤਰੀ ਹੈ ਜਿਹੜਾ ਮੰਤਰੀ ਪਦ ਤੋਂ ਲਾ ਦਿੱਤਾ ਤੇ ਉਹਦੇ ਉੱਤੇ ਕਾਰਵਾਈ ਕਰ ਦਿੱਤੀ ਭਗਵੰਤ ਮਾਨ ਨੇ। ਇਹਦੇ ਬਾਰੇ ਕੀ ਕਹਿਣਾ? ਜਿਸ ਵੇਲੇ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ, ਉਹਨਾਂ ਦੇ ਨਾਲ ਦੋ ਡਿਪਟੀ ਮੁੱਖ ਮੰਤਰੀ ਸੀ, ਇੱਕ OP ਸੋਨੀ ਤੇ ਦੂਜੇ ਸੁਖਜਿੰਦਰ ਸਿੰਘ ਰੰਧਾਵਾ। ਉਹ ਕਹਿੰਦੇ ਚੰਨੀ ਸਾਹਿਬ ਜੇ ਸਰਕਾਰ ਸੁੱਖ ਸਾਂਦ ਨਾਲ ਵਧੀਆ ਚਲਾਉਣੀ ਹੈ ਤਾਂ ਪੰਜ ਚਾਰ ਕਾਂ ਇੱਥੇ ਤੁਰੇ ਫਿਰਦੇ ਨੇ, ਇੱਕ ਮਾਰ ਕੇ ਟੰਗ ਦਿਓ। ਉਹ ਚੰਨੀ ਸਾਹਿਬ, ਰੰਧਾਵਾ ਸਾਹਿਬ, ਬਾਦਲ ਸਾਹਿਬ, ਕੈਪਟਨ ਸਾਹਿਬ, ਇਹਨਾਂ ਤੋਂ ਤਾਂ ਨਹੀਂ ਟੰਗਿਆ ਗਿਆ। ਪਰ ਪਹਿਲੀ ਵਾਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਭਗਵੰਤ ਸਿੰਘ ਮਾਨ ਨੇ ਟੰਗ ਕੇ ਦਿਖਾਤਾ। ਕੋਈ ਚਪੜਾਸੀ ਨਹੀਂ, ਕਲਰਕ ਨਹੀਂ, ਜ਼ਿਲ੍ਹੇ ਦਾ ਅਧਿਕਾਰੀ ਨਹੀਂ, ਪੰਜਾਬ ਪੱਧਰ ਦਾ ਅਧਿਕਾਰੀ ਨਹੀਂ, ਤੇ ਪੰਜਾਬ ਦਾ ਇੱਕ ਮੰਤਰੀ। ਕਿਹੜਾ ਮੰਤਰੀ? ਜਿਹੜਾ ਸਿਹਤ ਦਾ ਮੰਤਰੀ ਸੀ। ਪਿਛਲੇ 10-15 ਦਿਨ ਤੋਂ ਉਹਦੀ ਸਿਹਤ ਥੋੜੀ ਜਿਹੀ ਨਾਸਾਜ਼ ਚੱਲ ਰਹੀ ਸੀ, ਦਵਾਈ ਦੀ ਜ਼ਰੂਰਤ ਸੀ। ਇਹ ਇੱਕ ਦਿਨ 'ਚ ਕੰਮ ਨਹੀਂ ਕੀਤਾ ਭਗਵੰਤ ਮਾਨ ਦੀ ਟੀਮ ਨੇ। ਇਹ 10-12 ਦਿਨਾਂ ਤੋਂ ਉਸ ਭੱਦਰ ਪੁਰਸ਼ ਦੀਆਂ ਕਰਤੂਤਾਂ ਦੀ ਜਾਂਚ ਕੀਤੀ ਜਾ ਰਹੀ ਸੀ। ਉਹਨੇ ਸੋਚਿਆ ਕਿ ਸ਼ਾਇਦ ਇਹ ਤਾਂ ਕਹਿਣ ਦੀਆਂ ਗੱਲਾਂ ਨੇ, ਇਹ ਭਾਰਤ ਵਰਸ਼ ਹੈ, ਇਹਦੇ ਵਿੱਚ ਸਭ ਤੋਂ ਵੱਧ ਜੇਕਰ ਪੂਜਾ ਹੁੰਦੀ ਹੈ ਤਾਂ ਉਹ ਗਾਂਧੀ ਜੀ ਦੀ ਹੁੰਦੀ ਹੈ। ਚਾਰ ਗਾਂਧੀ ਜੀ ਕੋਲ ਹੋਣਗੇ ਤੇ ਵਡੇਪਾ ਚੰਗਾ ਕੱਟ ਜਾਵੇਗਾ। ਇਹ ਉਹ ਮਹਿਕਮਾ ਜਿਹਦਾ ਮੰਤਰੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਪਾਸੇ ਨੂੰ ਤੁਰਿਆ। ਬੱਦੀ ਦੇ ਵਿੱਚ ਦਵਾਈਆਂ ਦੀਆਂ ਕੰਪਨੀਆਂ ਨੇ, ਉੱਥੇ ਸੈਂਪਲ ਫੇਲ ਹੋ ਗਏ। ਫੇਰ ਕਿਹਦੇ ਕਰਕੇ ਹੋਏ ਨੇ? ਇਹਨਾਂ ਲੋਕਾਂ ਕਰਕੇ, ਕਿ ਇਹਨਾਂ ਨੇ ਦੁੱਕੀ ਪੰਜੀ ਦੀਆਂ ਹਿੱਸੇਦਾਰੀਆਂ ਸ਼ੁਰੂਆਤ ਕਰਤੀ ਤੇ ਉਹ ਸ਼ੁਰੂਆਤ ਦੇ ਵਿੱਚ ਫਿਰ ਕਹਿੰਦੇ ਆ ਕਿ ਜਦੋਂ
ਸਮਾਂ ਆ ਜਾਵੇ ਬੰਦੇ ਦਾ, ਖਾਸ ਕਰ ਮਾੜਾ ਸਮਾਂ ਆ ਜੇ, ਉਹ ਪੁੱਛ ਕੇ ਨਹੀਂ ਆਉਂਦਾ। ਪੰਜਾਬੀ ਦੀ ਕਹਾਵਤ ਆ ਕਿ 100 ਦਿਨ ਚੋਰ ਦਾ 1 ਦਿਨ ਸਾਧ ਦਾ। ਬੰਦਾ ਅੱਖ ਬਚਾ ਕੇ ਦੱਬੀ ਜਾਂਦਾ ਵੀ ਕੀ ਫਰਕ ਪੈਂਦਾ, ਇੱਥੇ ਕਿਹੜਾ ਕਿਸੇ ਨੂੰ ਪਤਾ ਲੱਗਦਾ ਹੈ। ਪਰ ਭਗਵੰਤ ਮਾਨ ਪੰਜਾਬ ਦਾ ਉਹ ਸਪੂਤ ਵਗਿਆ ਇਸ ਮਾਮਲੇ 'ਚ। ਇੱਕ ਤਾਂ ਲੋਕਾਂ ਦੇ ਸਭ ਦੀਆਂ ਜ਼ਬਾਨਾਂ ਚੁੱਪ ਕਰਾਤੀਆਂ ਕਿ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਨਾ ਮੇਰੇ ਨਾਲ ਪੰਗਾ ਲਿਓ। ਕੱਲਾ ਉਹਨੂੰ ਮੰਤਰੀ ਪਦ ਤੋਂ ਨਹੀਂ ਹਟਾਇਆ, ਉਹ ਪੁਲਿਸ ਕਰਮਚਾਰੀ ਤੇ ਅਧਿਕਾਰੀ ਜਿਹੜੇ ਉਹਨੂੰ ਸਲੂਟ ਮਾਰਦੇ ਸੀ ਖੜ ਖੜ ਕੇ, ਔਰ ਜਿੱਦਣ ਉਹ ਮੰਤਰੀ ਬਣ ਕੇ ਗਿਆ ਸੀ ਵੱਖ-ਵੱਖ ਜ਼ਿਲ੍ਹਿਆਂ 'ਚ, ਉਹਨੂੰ ਸਲਾਮੀ ਦਿੱਤੀ ਸੀ ਤੇ ਉਹਨਾਂ ਪੁਲਿਸ ਵਾਲਿਆਂ ਨੇ ਫਿਰ ਵਿਸ਼ੇਸ਼ ਗੱਡੀ ਵਿੱਚ ਬਿਠਾ ਲਿਆ ਕਿ ਆ ਜਾ ਭਾਈ। ਚਰਚਾ ਚੱਲ ਰਹੀ ਹੈ ਕਿ ਉਹ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ, ਇਹਦਾ ਮਤਲਬ ਕਬੂਲ ਕਰ ਲਿਆ। ਲੋਕਾਂ ਦੇ ਵਿੱਚ ਇੱਕ ਚਰਚਾ ਸੀ ਕਿ ਸਰਕਾਰ ਫੇਲ ਹੋ ਗਈ ਹੈ ਤਾਂ ਕਰਦੀ ਕੁਛ ਨਹੀਂ, ਐਵੇਂ ਗੱਲਾਂ ਬਾਤਾਂ ਹੀ ਨੇ। ਤੇ ਜਦੋਂ ਇੱਕ ਛੱਕਾ ਵੱਜ ਜਾਵੇ ਨਾ ਕ੍ਰਿਕਟ ਦੀ, ਉਸ ਦੇ ਵਿੱਚ ਇਹ ਤਾਂ ਛੱਕਾ ਨਹੀਂ ਮਾਰਿਆ, ਛੱਕਾ ਮਾਰਦਾ ਜਦੋਂ ਬਾਲ ਜਿਹੜੀ ਆ ਬਾਉਂਡਰੀ ਲਾਈਨ ਗਰਾਊਂਡ ਦੀ ਤੋਂ ਪਾਰ ਹੋ ਜਾਵੇ। ਇਹ ਤਾਂ ਭਗਵੰਤ ਮਾਨ ਨੇ ਛੱਕਾ ਨਹੀਂ ਅੱਠਾ ਮਾਰਤਾ ਤੇ ਬਾਲ ਸਟੇਡੀਅਮ ਤੋਂ ਬਾਹਰ ਹੈ। ਇਸ ਕਰਕੇ ਇਹਦੇ ਇੱਕ ਕਦਮ ਦੇ ਨਾਲ ਚਾਰੇ ਪਾਸੇ ਚਰਚਾ ਹੈ ਤੇ ਕਈ ਹੋਰ ਜਿਹੜੇ ਗੱਲਾਂ ਬਾਤਾਂ ਕਰਦੇ ਸੀ ਕਿ ਦਿਓ ਹਿੱਸੇ ਸਾਨੂੰ, ਤੇ ਅੱਜ ਉਹਨਾਂ ਐਮਐਲਏ ਨੂੰ ਵੀ ਇੱਕ ਕੰਨ ਹੋ ਗਏ ਹੋਣਗੇ। ਪੰਜਾਬੀ ਦੀ ਕਹਾਵਤ ਆ, ਪੰਜਾਬੀ ਦੇ ਵਿੱਚ ਅਕਸਰ ਜੇ ਨੂੰਹ ਨੂੰ ਸੁਣਾਉਣਾ ਹੋਵੇ ਤਾਂ ਬੇਬੇ ਪਹਿਲਾਂ ਧੀ ਨੂੰ ਸੁਣਾਉਂਦੀ ਹੁੰਦੀ ਹੈ। ਇਹਨੂੰ ਸ਼ਬਦ ਆ ਕਿ ਨੂੰਹੇ ਕੰਨ ਕਰੀ ਧੀਏ ਗੱਲ ਸੁਣੀ। ਆ ਧੀ ਨੂੰ ਗੱਲ ਸੁਣਾ ਕੇ ਮਾਨ ਸਾਹਿਬ ਨੇ ਬਾਕੀ ਨੂੰਹਾਂ ਨੂੰ ਵੀ ਕੰਨ ਕਰਾਤੇ ਕਿ ਇਹ ਪੁਲਿਸ ਵਾਲਾ ਡੰਡਾ ਭ੍ਰਿਸ਼ਟਾਚਾਰੀ ਦਾ ਇਹ ਕਿਸੇ ਨਾਲ ਵੀ ਵਾਪਰ ਸਕਦਾ ਹੈ, ਬੰਦੇ ਦੇ ਪੁੱਤ ਬਣ ਕੇ ਕੰਮ ਕਰਿਓ ਜੀ। ਜੀ, ਇਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿਹੜੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ ਹੈ ਜੀ। ਇਹ 'ਚ ਕੋਈ ਸ਼ੱਕ ਨਹੀਂ। ਹਾਲਾਂਕਿ ਸਵਾਲ ਬਹੁਤ ਚੀਜ਼ਾਂ ਤੇ ਉੱਠ ਰਹੇ ਨੇ, ਰਾਜ ਸਭਾ ਦੇ ਮੈਂਬਰਾਂ ਤੇ ਵੀ ਉੱਠ ਰਹੇ ਨੇ ਤੇ ਕਈ ਹੋਰ ਕਾਰਗੁਜ਼ਾਰੀਆਂ ਤੇ ਵੀ ਉੱਠ ਰਹੇ ਨੇ। ਪਰ ਜਿਹੜਾ ਇਹ ਕਦਮ ਉਠਾਇਆ ਗਿਆ, ਇਹ ਜੁਰਤ ਵਾਲਾ ਬੰਦਾ ਹੀ ਕਰ ਸਕਦਾ ਹੈ। ਕਦਮ ਤਾਂ ਬਾਦਲ ਸਾਹਿਬ ਨੇ ਵੀ ਚੁੱਕਿਆ ਸੀ। ਉਹਨਾਂ ਨੇ ਸਰਬਨ ਸਿੰਘ ਫਲੌਰ ਨੂੰ, ਗੁਲਜ਼ਾਰ ਸਿੰਘ ਰਣੀਕੇ ਨੂੰ ਮੰਤਰੀ ਤੋਂ ਬਾਹਰ ਦਾ ਰਸਤਾ ਦਿਖਾਇਆ ਤੇ ਫਿਰ ਬਣਾਤਾ। ਇਸ ਵੇਲੇ ਕਿਹਾ ਕਿ ਇਹਦੀ ਪੂਰੀ ਜਾਂਚ ਕਰੋ। ਉਦੋਂ ਜਾਂਚਾਂ ਹੁੰਦੀਆਂ ਸੀ, ਉਹ ਕਾਕਾ ਖਿਆਲ ਰੱਖਿਓ ਬੰਦਾ ਆਪਣਾ ਹੀ ਹੈ। ਤੇ ਕੁਝ ਸਮੇਂ ਤੋਂ ਬਾਅਦ ਫਿਰ ਮੰਤਰੀ ਬਣਾਤਾ ਵੀ ਉਹ ਇਲਜ਼ਾਮ ਹੀ ਗਲਤ ਲੱਗੇ ਨੇ। ਕੈਪਟਨ ਅਮਰਿੰਦਰ ਸਿੰਘ ਵੇਲੇ ਇਲਜ਼ਾਮ ਲੱਗੇ ਕਿ ਵਜੀਫਿਆਂ ਵਾਲਾ ਮੰਤਰੀ, ਉਹਦੇ ਕੋਲ ਜੰਗਲਾਤ ਦਾ ਚਾਰਜ ਵੀ ਹੈ, ਉਹ ਫੱਟੇ ਚੱਕੀ ਜਾਂਦਾ ਹੈ। ਉਦੋਂ ਕੁਝ ਨਹੀਂ ਹੋਇਆ ਤੇ ਅੱਜ ਜੰਗਲਾਤ ਦੀਆਂ ਉਹੀ ਜ਼ਮੀਨਾਂ ਕੱਢੀਆਂ ਜਾ ਰਹੀਆਂ ਨੇ ਜਿਨ੍ਹਾਂ ਤੇ ਲੋਕਾਂ ਦੇ ਕਬਜ਼ੇ ਨੇ। ਤੇ ਫਿਰ ਅਸੀਂ ਕਹਿੰਦੇ ਹਾਂ ਕਿ ਮੈਨੂੰ ਸ਼ੂਗਰ ਹੋ ਗਈ, ਮੈਨੂੰ ਹਾਰਟ ਅਟੈਕ ਹੋ ਗਿਆ, ਮੈਨੂੰ ਫਲਾਨੀ ਬਿਮਾਰੀ ਹੈ, ਮੈਨੂੰ ਸਾਹ ਦੀ ਬਿਮਾਰੀ ਹੈ, ਮੈਨੂੰ ਗਠੀਆ ਹੋ ਗਿਆ। ਤੇ ਜਿਨ੍ਹਾਂ ਦਰਖਤਾਂ ਕਰਕੇ ਵਾਤਾਵਰਨ ਨੇ ਸ਼ੁੱਧ ਰਹਿਣਾ ਹੈ, ਅੱਜ ਉਹੀ ਵਾਤਾਵਰਨ ਦਾ ਬੇੜਾ ਗਰਕ ਕਰਨ ਵਾਸਤੇ ਅਸੀਂ ਲੋਕ ਆਪ ਲੱਗੇ ਹਾਂ। ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰ ਲਏ ਤੇ ਜੰਗਲਾਤ ਵਾਲੀਆਂ ਜ਼ਮੀਨਾਂ ਤੇ ਕਬਜ਼ੇ ਕਰ ਲਏ। ਅੱਜ ਪੰਜਾਬ ਦਾ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਹਨਾਂ ਨੂੰ ਛਡਾ ਰਿਹਾ ਹੈ। ਲੇਕਿਨ ਚਰਚਾ ਇਹ ਉੱਠਦੀ ਹੈ ਕਿ ਧਾਲੀਵਾਲ ਸਾਹਿਬ, ਆ ਛੋਟੇ ਚੂਚੇ ਨਾ ਮਰੋੜੋ, ਵੱਡਾ ਬੱਕਰਾ ਇੱਕੋ ਹੀ ਫੜ ਲਓ। ਤੇ ਹੇਠਲਿਆਂ ਨੇ ਆਪਣੇ ਆਪ ਕਹਿੰਦੇ ਚੋਰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ, ਮੱਝ ਮਾਰ ਦਿਓ, ਚਮਜੂਆਂ ਨਾਲ ਹੀ ਮਰ ਜਾਂਦੀਆਂ ਨੇ। ਉਸ ਪਾਸੇ ਵੱਲ ਵਧੋ। ਪਹਿਲਾਂ ਕਹਿੰਦੇ ਸੀ 30 ਮਈ, ਹੁਣ 30 ਜੂਨ ਤੱਕ ਕਰਤੀ ਹੈ ਤਰੀਕ। ਦੇਖਦੇ ਹਾਂ ਅੱਗੇ ਇਹਦੇ 'ਚ ਕੀ ਹੁੰਦਾ। ਫਿਰ ਝੋਨਾ ਬੀਜਿਆ ਜਾਊਗਾ ਤੇ ਫਿਰ ਹੋ ਸਕਦਾ 31 ਅਕਤੂਬਰ ਹੋ ਜੇ, ਵੀ ਪਹਿਲਾਂ ਝੋਨਾ ਕੱਟ ਲੈਣ ਤੋਂ ਫਿਰ ਗੱਲ ਕਰਾਂਗੇ।
ਪਤਾ ਨਹੀਂ ਸਰਕਾਰ ਦੀ ਇਹਦੇ ਵਿੱਚ ਕੀ ਨੀਤੀ ਹੈ, ਪਰ ਜਿਹੜਾ ਸਰਕਾਰ ਨੇ ਇਹ ਕਦਮ ਉਠਾਇਆ ਇਹਦੀ ਸ਼ਲਾਘਾ ਕਰਨੀ ਪੂਰੇ ਤੌਰ ਤੇ ਬਣਦੀ ਹੈ। ਜੀ, ਜੇਕਰ ਗੱਲ ਕੀਤੀ ਜਾਵੇ ਸਿੱਖ ਆਗੂ ਸਿਮਰਜੀਤ ਸਿੰਘ ਮਾਨ ਦੀ, ਤਾਂ ਉਹਨਾਂ ਨੇ ਸੰਗਰੂਰ ਤੋਂ ਲੋਕ ਸਭਾ ਇਲੈਕਸ਼ਨ ਲੜਨ ਦਾ ਜਿਹੜਾ ਐਲਾਨ ਕੀਤਾ ਜੀ। ਮਾਨ ਸਾਹਿਬ ਇਸ ਵਾਰ ਜਿਹੜੇ ਜਿੱਤੇ ਸੀ ਉਹ ਸੰਗਰੂਰ ਤੋਂ ਪਹਿਲਾਂ ਜਿੱਤ ਚੁੱਕੇ ਨੇ, ਇਸੇ ਕਰਕੇ ਉਹਨਾਂ ਨੇ ਸਭ ਤੋਂ ਵੱਧ ਲੀਡ ਮਿਲੀ ਸੀ ਉਹਨਾਂ ਨੂੰ ਅਮਰਗੜ੍ਹ ਤੋਂ। ਪਹਿਲੀ ਵਾਰ ਜਿੱਤਦੇ ਨੇ, ਬਹੁਤ ਰਿਕਾਰਡ ਤੋੜ ਵੋਟਾਂ ਤੇ ਤਰਨਤਾਰਨ ਤੋਂ ਜੇਲ੍ਹ ਦੇ ਵਿੱਚ ਬੈਠੇ ਸੀ, ਤੇ ਦੂਜੀ ਵਾਰ ਉਹਨਾਂ ਨੇ ਪੁਰਾਣਾ ਜ਼ਿਲ੍ਹਾ ਸੰਗਰੂਰ, ਜਿਹਦੇ ਵਿੱਚ ਬਰਨਾਲਾ ਵੀ ਸ਼ਾਮਲ ਸੀ, ਇਸ ਵੇਲੇ 3 ਸੀਟਾਂ ਨੇ ਵਿਧਾਨ ਸਭਾ ਦੀਆਂ ਬਰਨਾਲੇ ਦੀਆਂ, ਭਦੌੜ, ਮਹਿਲ ਕਲਾਂ ਤੇ ਬਰਨਾਲਾ, ਤੇ 6 ਸੀਟਾਂ ਨੇ ਸੰਗਰੂਰ ਦੀਆਂ, ਜਿਹਦੇ ਵਿੱਚ ਮਲੇਰਕੋਟਲਾ, ਅਮਰਗੜ੍ਹ, ਧੂਰੀ, ਸੰਗਰੂਰ, ਲਹਿਰਾ, ਮੂਨਕ, ਸੁਨਾਮ ਤੇ ਦਿੜਬਾ, ਇਹ ਸੀਟਾਂ ਜਿਹੜੀਆਂ ਨੇ ਉਹ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਨੇ। ਮਾਨ ਸਾਹਿਬ ਨੇ ਜਦੋਂ ਲੋਕ ਸਭਾ ਚੋਣ ਲੜੀ, ਭਗਵੰਤ ਮਾਨ ਤੋਂ ਪਹਿਲਾਂ 2 ਵਾਰ ਤਾਂ ਭਗਵੰਤ ਮਾਨ ਬਣੇ ਨੇ। ਮਾਨ ਸਾਹਿਬ ਮੇਰਾ ਖਿਆਲ ਹੈ ਕਿ 2004 ਦੇ ਵਿੱਚ ਲੜੇ ਸੀਗੇ ਇੱਥੋਂ ਸੰਗਰੂਰ ਤੋਂ। ਉਦੋਂ ਬਾਅਦ 9 ਦੇ ਵਿੱਚ ਉੱਥੇ ਜਿਹੜੀ ਸੀਟ ਸੀ ਉਹ ਕਾਂਗਰਸ ਦੇ ਕੋਲ ਸੀ। ਸ਼ਾਇਦ ਵਿਜੇਂਦਰ ਸਿੰਗਲਾ ਉਦੋਂ ਮੈਂਬਰ ਪਾਰਲੀਮੈਂਟ ਬਣੇ ਸੀ 2009 'ਚ। ਉਸ ਤੋਂ ਬਾਅਦ 14 ਤੇ 19 ਇਹ ਭਗਵੰਤ ਸਿੰਘ ਮਾਨ ਜਿੱਤੇ ਸੀ, ਉਹ ਮੁੱਖ ਮੰਤਰੀ ਬਣ ਗਏ ਨੇ। ਉਹਨਾਂ ਨੇ ਉੱਥੋਂ ਅਸਤੀਫਾ ਦਿੱਤਾ। ਉਪ ਚੋਣ ਹੋਣੀ ਹੈ, ਉਸ ਉਪ ਚੋਣ ਦੇ ਵਿੱਚ ਜਿਹੜਾ ਲੜ ਰਿਹਾ ਹੈ ਇਹਨਾਂ ਨੇ ਸਿਮਰਜੀਤ ਸਿੰਘ ਮਾਨ ਨੇ ਐਲਾਨ ਕਰਤਾ ਕਿ ਮੈਂ ਉੱਥੋਂ ਚੋਣ ਲੜਾਂਗਾ। ਦੂਜੇ ਪਾਸੇ ਚਰਚਾ ਪਹਿਲਾਂ ਇਹ ਸੀ ਕਿ ਸਾਂਝੇ ਰੂਪ ਦੇ ਵਿੱਚ ਸ਼ਾਇਦ ਅਕਾਲੀ ਸਿਮਰਜੀਤ ਸਿੰਘ ਮਾਨ ਨੂੰ ਅਪਣਾ ਲੈਣ। ਬਾਅਦ ਵਿੱਚ ਇਹ ਵੀ ਗੱਲ ਚੱਲ ਪਈ ਕਿ ਉੱਥੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਵੀ ਅਕਾਲੀ ਦਲ ਉਮੀਦਵਾਰ ਬਣਾ ਸਕਦਾ ਹੈ। ਜਦੋਂ ਇਹ 3 ਮਈ ਨੂੰ ਇੱਕ ਸਾਂਝੀ ਕਮੇਟੀ ਬਣੀ ਸੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ, ਉਸ ਵੇਲੇ ਲੱਗਦਾ ਸੀ ਕਿ ਸ਼ਾਇਦ ਸਾਂਝੇ ਤੌਰ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਨੂੰ ਅਪਣਾ ਲੈਣ, ਪਰ ਜਿਹੜੀ ਉਹ ਕਮੇਟੀ ਉਹ ਤਾਂ ਖੱਖੜੀਆਂ ਕਰੇਲੇ ਹੋ ਗਈ ਹੈ। ਇਸ ਕਰਕੇ ਜਿਹੜਾ ਸਿਮਰਨਜੀਤ ਸਿੰਘ ਮਾਨ ਨੇ ਤਾਂ ਐਲਾਨ ਕਰਤਾ ਕਿ ਉਹ ਸੰਗਰੂਰ ਦੀ ਲੋਕ ਸਭਾ ਦੀ ਉਪ ਚੋਣ ਲੜਨਗੇ। ਅੱਗੇ ਸੰਗਰੂਰ ਦੇ ਲੋਕ ਉਹਨਾਂ ਨੂੰ ਅਪਣਾਉਂਦੇ ਆ ਨਹੀਂ ਅਪਣਾਉਂਦੇ, ਇਹ ਸਮਾਂ ਦੱਸੇਗਾ। ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੇ PCS ਦੇ ਜਿਹੜੇ ਪੇਪਰ ਦੇ ਵਿੱਚੋਂ ਪੰਜਾਬੀ ਆ ਜਿਹੜੀ ਉਹ ਬਾਹਰ ਕਰ ਦਿੱਤੀ ਹੈ ਭਾਸ਼ਾ। ਪੰਗੂ ਸਾਹਿਬ ਇਹ ਪੇਪਰ ਹੋਏ ਨੇ ਨਾਇਬ ਤਹਿਸੀਲਦਾਰ ਦੇ ਜੀ, ਉਹਦੇ ਵਿੱਚ ਕਹਿੰਦੇ ਜਿਹੜੀ ਪੰਜਾਬੀ ਦੀ ਥਾਂ ਤੇ ਅੰਗਰੇਜ਼ੀ ਦੇ ਵਿੱਚ ਪੇਪਰ ਆਇਆ, ਤੇ ਬਹੁਤੇ ਵਿਦਿਆਰਥੀਆਂ ਨੂੰ, ਬਹੁਤੇ ਉਮੀਦਵਾਰਾਂ ਨੂੰ ਜਾ ਕੇ ਉੱਥੇ ਹੀ ਪਤਾ ਲੱਗਿਆ ਜਿਹੜਾ ਇਹ ਪ੍ਰੀਖਿਆ ਕੇਂਦਰ ਸੀ, ਉਹਨਾਂ ਨੇ ਪੰਜਾਬੀ ਨੂੰ ਤਲਾਂਜਲੀ ਦੇ ਦਿੱਤੀ। ਤੇ ਮਨਜਿੰਦਰ ਸਿਰਸੇ ਨੇ ਅੱਜ ਬਹੁਤ ਵੱਡੀ ਪੱਧਰ ਦੇ ਉੱਤੇ ਇਸ ਮੰਗ ਨੂੰ ਉਠਾਇਆ ਹੈ। ਉਹਨਾਂ ਨੇ ਮਾਨ ਸਾਹਿਬ ਨੂੰ ਕਿਹਾ ਕਿ ਮਾਨ ਸਾਹਿਬ, ਇਹ ਗੁਰੂਆਂ ਦੀ ਭਾਸ਼ਾ ਹੈ, ਗੁਰੂਆਂ ਨੇ ਗੁਰਬਾਣੀ ਗੁਰਮੁਖੀ ਦੇ ਵਿੱਚ ਉਚਰੀ ਹੈ, ਤੇ 2 ਵਾਰ ਪੰਜਾਬੀ ਭਾਸ਼ਾ ਐਕਟ, ਇੱਕ ਸ਼ਾਇਦ 2008 'ਚ ਤੇ ਦੂਜਾ 1997 'ਚ ਪਾਸ ਹੋ ਚੁੱਕਿਆ ਹੈ। 2008 ਦੇ ਵਿੱਚ ਉਹਦੇ ਸੋਧ ਕੀਤੀ ਸੀ। ਪਹਿਲੀ ਗੱਲ ਤਾਂ ਜਿਨ੍ਹਾਂ ਲੋਕਾਂ ਨੇ ਇਹ ਪੰਜਾਬ ਸੂਬੇ ਤੋਂ ਸੂਬੀ ਬਣਵਾਈ, ਇਸ ਪੰਜਾਬੀ ਮਾਂ ਬੋਲੀ ਪ੍ਰਤੀ ਉਹ ਵੀ ਸੁਹਿਰਦ ਨਹੀਂ ਸੀ। ਨਾ ਕੈਪਟਨ ਅਮਰਿੰਦਰ ਸੁਹਿਰਦ ਰਿਹਾ, ਤੇ ਨਾ ਚਰਨਜੀਤ ਸਿੰਘ ਚੰਨੀ, ਤੇ ਜਿੱਦਾਂ ਦਾ ਹੁਣ ਇਹ ਹੋ ਰਿਹਾ ਇਹਦੇ ਵਿੱਚ ਉਸੇ ਰਸਤੇ ਭਗਵੰਤ ਸਿੰਘ ਮਾਨ ਦਾ ਨਾਮ ਵੀ ਪੈਂਦਾ ਹੈ। ਅਸੀਂ ਲੜਾਈ ਲੜੀ ਕਿ ਸੂਬਾ ਬਣਾਇਆ ਜਾਵੇ ਪੰਜਾਬੀ ਭਾਸ਼ਾ ਦੇ ਆਧਾਰ ਤੇ, ਕਿਉਂਕਿ ਦੂਜੇ ਪਾਸੇ ਹੋਰ ਸੂਬੇ ਬਣਾਏ ਜਾ ਰਹੇ ਸੀ। ਇਹਦੇ ਲਈ ਅਕਾਲੀ ਦਲ ਨੇ ਸਭ ਤੋਂ ਵੱਧ ਜਦੋਜਹਿਦ ਕੀਤੀ ਕਿ ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬਾ ਵੀ ਬਣਾਇਆ ਜਾਵੇ। ਮੈਨੂੰ ਅੱਜ ਵੀ ਗੱਲ ਯਾਦ ਹੈ, ਮੈਂ ਪੜ੍ਹਿਆ ਕਿਤੇ ਕਿ ਸਾਂਝੇ ਪੰਜਾਬ ਦੇ ਪੈਪਸੂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਕਿਹਾ ਕਰਦੇ ਸੀ ਅਕਾਲੀ ਵਾਲਿਆਂ ਨੂੰ
ਕਿ ਤੁਸੀਂ ਪੰਜਾਬੀ ਸੂਬੇ ਦੀ ਲੜਾਈ ਲੜੀ ਜਾਇਓ, ਇਹ ਮੰਗ ਖੜੀ ਰੱਖੋ, ਪਰ ਲਿਓ ਨਾ ਕਦੇ। ਅੱਜ ਸਾਨੂੰ ਹੁਣ ਨਜ਼ਰ ਆਉਂਦਾ ਹੈ, ਅਸੀਂ ਜੋਗਿੰਦਰ ਨਗਰ ਬਿਜਲੀ ਦਾ ਪ੍ਰੋਜੈਕਟ ਜਿਹੜਾ ਸਾਂਝੇ ਪੰਜਾਬ 'ਚ ਲੱਗਿਆ ਸੀ, ਕਰਨਲ ਬੈਟੀ ਨੇ ਲਾਇਆ ਸੀ 1925 ਦੇ ਵਿੱਚ, ਉਹ ਹਿਮਾਚਲ ਨੂੰ ਚਲਾ ਗਿਆ ਸੀ, ਪਰ ਕਾਨੂੰਨੀ ਲੜਾਈ ਦੇ ਵਿੱਚ ਇਸ ਵੇਲੇ ਸਾਡੇ ਕੋਲ ਰਹਿ ਗਿਆ, ਪੰਜਾਬ ਦਾ। ਨਹੀਂ ਤਾਂ ਅਗਲੇ ਸਾਲ 22 ਹੋ ਗਿਆ, 3 ਸਾਲਾਂ ਬਾਅਦ ਉਹਦਾ ਭੋਗ ਪੈ ਜਾਣਾ ਸੀ, ਉਹ ਹਿਮਾਚਲ ਨੂੰ ਚੱਲ ਜਾਣਾ ਸੀ। ਫਰੀਦਾਬਾਦ ਉਹ ਸਾਰਾ ਏਰੀਆ ਪੰਜਾਬ ਦੇ ਵਿੱਚ ਹੁੰਦਾ ਸੀ, ਕੀ ਖੱਟਿਆ ਸੀ ਸੂਬੀ ਬਣਾ ਕੇ। ਤੇ 1973 ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਲਿਆਂਦਾ ਗਿਆ। ਉਸ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਜਿੰਨੀ ਜਦੋਜਹਿਦ ਅਕਾਲੀ ਦਲ ਨੇ ਕੀਤੀ, ਅਕਾਲੀ ਦਲ ਨੇ ਇਹ ਮੰਗਾਂ ਉਠਾਈਆਂ, ਪਰ 96 ਦੇ ਵਿੱਚ ਉਹ ਆਪਣਾ ਪੰਥਕ ਚਿਹਰਾ ਮੋਹਰਾ ਛੱਡ ਕੇ ਪੰਜਾਬੀ ਪਾਰਟੀ 'ਚ ਜਾ ਬੈਠੇ। ਕੀ ਖੱਟਿਆ ਸੀ? ਇਸ ਨਾਲ ਤਾਂ ਪੂਰਾ ਪੰਜਾਬ ਹੀ ਚੰਗਾ ਸੀ। ਕੈਰੋਂ ਕਹਿੰਦੇ ਹੁੰਦੇ ਸੀਗੇ ਕਿ ਸਾਨੂੰ ਜਿਹੜੇ ਹੋਰ ਪੰਜਾਬੀ ਦੇ ਇਲਾਕੇ ਆ ਉਹ ਵੀ ਸ਼ਾਮਲ ਕੀਤੇ ਜਾਣ। ਗੰਗਾਨਗਰ ਪੰਜਾਬ 'ਚ, ਹਨੂੰਮਾਨਗੜ੍ਹ ਪੰਜਾਬ 'ਚ, ਕਿੱਥੋਂ ਤੱਕ ਪੰਜਾਬ ਸੀ? ਅਸੀਂ ਕੀ ਖੱਟਿਆ? ਤੇ ਪੰਜਾਬੀ ਬੋਲੀ ਨੂੰ ਲਾਗੂ ਕਰਨ ਦੇ ਵਿੱਚ ਜੜੀ ਤੇਲ ਅਸੀਂ ਵੀ ਦਿੱਤਾ, ਜਿਨ੍ਹਾਂ ਨੇ ਪੰਜਾਬੀ ਸੂਬਾ ਬਣਾਇਆ, ਤੇ ਦੂਜੇ ਤਾਂ ਸੁਹਿਰਦੀ ਨਹੀਂ ਸੀ। ਅਸੀਂ ਅੰਗਰੇਜ਼ੀ ਨੂੰ ਤਰਜੀਹ ਦਿੱਤੀ। ਸੰਪਰਕ ਭਾਸ਼ਾ, ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿਤਾ ਕਿ ਅਦਾਲਤੀ ਕਾਰਵਾਈ ਉੱਥੋਂ ਦੀ ਸਥਾਨਕ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ, ਤੇ ਮੋਦੀ ਸਾਹਿਬ ਵੀ ਕਹਿੰਦੇ ਅਸੀਂ ਇਹ ਸੂਬੀ ਬਣਵਾ ਲਈ। ਤੇ ਹੁਣ ਹੋਇਆ ਕੀ? 2008 'ਚ ਅਸੀਂ 97 ਦਾ ਸੋਧ ਐਕਟ ਪਾਸ ਕੀਤਾ ਪੰਜਾਬੀ ਦਾ, ਕਿ ਉਦੋਂ ਇਹਨਾਂ ਦੇ ਮੰਤਰੀ 8 ਤੋਂ ਲੈ ਕੇ 17 ਤੱਕ 9 ਸਾਲ ਉਹਨਾਂ ਨੇ ਪੰਜਾਬੀ 'ਚ ਕੰਮ ਕੀਤਾ, ਅਧਿਕਾਰੀਆਂ ਨੇ ਕੀਤਾ। ਇਹਨਾਂ ਨੇ ਕਿਹਾ ਸੀ ਕਿ ਇਹਨਾਂ ਦੀਆਂ ਜਿਹੜੀਆਂ ਗੁਪਤ ਸਾਲਾਨਾ ਰਿਪੋਰਟਾਂ ਨੇ ਉਹਦੇ ਵਿੱਚ ਇੱਕ ਇੰਦਰਾਜ ਹੋਵੇਗਾ ਕਿ ਇਹ ਅਧਿਕਾਰੀ ਉਬਲੀਕ ਕਰਮਚਾਰੀ ਪੰਜਾਬੀ ਵਿੱਚ ਕੰਮ ਕਰਦਾ ਹੈ। ਜਿਨ੍ਹਾਂ ਨੇ ਬਣਵਾਇਆ ਸੀ, ਮੈਂ ਉਹਨਾਂ ਦੇ ਸਾਲ ਦੀ ਗੱਲ ਕਰਦਾ ਹਾਂ, ਉਦੋਂ ਕਿਸੇ ਇੱਕ ਅਧਿਕਾਰੀ ਨੂੰ ਸਜ਼ਾ ਦਿੱਤੀ, ਤੇ ਉਸੇ ਰਸਤੇ ਤੇ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਇਹ ਜਿਹੜੀਆਂ ਅਰਜ਼ੀਆਂ ਆਪ ਮਾਰਕ ਕਰਦੇ ਸੀ ਸਾਰੀਆਂ ਅੰਗਰੇਜ਼ੀ 'ਚ ਨੇ, ਚੱਕ ਕੇ ਦੇਖ ਲਓ ਜਾ ਕੇ, ਕਿਸੇ ਬਿਰਲੇ ਦੀ ਹੈ। ਤੇ ਵਰਤਾਈ ਦੀ ਤੇ ਚੱਲੀ ਮੈਂ ਕੋ ਰਹਿ ਜਾ ਕੱਲੀ। ਜਦੋਂ ਇਹਨਾਂ ਨੂੰ ਪੰਜਾਬੀ ਪ੍ਰਤੀ ਹੇਜ ਨਹੀਂ ਸੀ, ਤੇ ਅਧਿਕਾਰੀ ਤਾਂ ਵੈਸੇ ਨਹੀਂ ਪੰਜਾਬੀ ਲਾਈਕ ਕਰਦੇ, ਉਹਨਾਂ ਨੂੰ ਤਾਂ ਅੰਗਰੇਜ਼ੀ ਤੋਂ ਬਿਨਾਂ ਮੈਂ ਕਹਾਂ ਕਿ ਹੋਰ ਚੀਜ਼ ਕੋਈ ਚੰਗੀ ਹੋਈ ਨਹੀਂ ਲੱਗਦੀ। ਸੋ ਜਿਹੜੇ ਪੰਜਾਬੀ ਕਹਾਉਣ ਵਾਲੇ ਸਪੂਤ ਸੀ, ਉਹਨਾਂ ਨੇ ਪੰਜਾਬੀ ਦਾ ਬੇੜਾ ਗਰਕ ਕੀਤਾ, ਪੰਜਾਬੀ ਨਾਲ ਧੋਖਾ ਕੀਤਾ, ਤੇ ਉਸੇ ਰਸਤੇ ਤੇ ਭਗਵੰਤ ਸਿੰਘ ਮਾਨ ਚੱਲ ਰਿਹਾ ਹੈ। ਅੱਜ ਜਿਹੜਾ ਨਾਇਬ ਤਹਿਸੀਲਦਾਰਾਂ ਦੀ ਪ੍ਰੀਖਿਆ ਹੋਈ ਹੈ, ਉਹ ਪਰਚਾ ਪੰਜਾਬੀ ਤੋਂ ਬਾਹਰੋਂ ਚਲਿਆ ਗਿਆ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਡਾਇਰੈਕਟਰ ਲਾ ਲਿਆ HRD ਬਿਜਲੀ ਬੋਰਡ ਦੇ ਵਿੱਚ। ਇਹਨਾਂ ਨੂੰ ਪੰਜਾਬ ਦੇ ਵਿੱਚੋਂ ਕੋਈ ਚੱਜ ਦਾ ਇੰਜੀਨੀਅਰ ਲੱਭਿਆ ਨਹੀਂ, ਤੇ ਯੂਪੀ 'ਚੋਂ ਲੈ ਆਂਦਾ, ਤੇ ਉਹਨੇ ਆਪਣੇ ਚਹੇਤਿਆਂ ਦੀ ਭਰਤੀ ਕਰਨ ਵਾਸਤੇ ਕੰਪਨੀ ਲੈ ਆਂਦੀ। ਪੰਜਾਬ ਦੀ ਆਪਣੀ ਕੰਪਨੀ ਹੈਗੀ ਸੀਡੈਕ, ਇਹਨਾਂ ਨੇ ਨੋਇਡਾ ਤੋਂ ਫੜ ਕੇ ਲਿਆਂਦੀ। ਉਹਨੇ ਇਹੋ ਜਿਹਾ ਚੰਦ ਚੜਾਇਆ, ਪਹਿਲੀ ਪ੍ਰੀਖਿਆ ਹੋਈ, ਰੱਦ ਕਰਨੀ ਪਈ, 2.5 ਕਰੋੜ ਰੁਪਇਆ ਖਰਚਤਾ, ਅੰਦਾਜ਼ਾ ਇੰਨਾ ਕੁ ਹੈ, ਤੇ ਦੂਜੀ ਵਾਰ ਫੇਰ 2.5 ਕਰੋੜ ਖਰਚਿਆ। ਇਹਨਾਂ ਨੂੰ ਤਾਂ ਹੇਜ ਬਾਹਰਲੇ IAS ਅਫਸਰਾਂ ਤੇ ਪੈਂਦਾ, ਪੰਜਾਬ ਦਾ ਅਫਸਰ ਕੋਈ ਪਸੰਦ ਹੀ ਨਹੀਂ ਆਉਂਦਾ। ਸੋ ਮੈਨੂੰ ਯਾਦ ਹੈ ਗੁਰਦਾਸ ਮਾਨ ਸਾਹਿਬ ਦੀਆਂ ਲਾਈਨਾਂ ਕਿ ਪੰਜਾਬੀ ਇਹ ਜਵਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ, ਮੀਡੀਆ ਖਿਲਾਰੀ ਫਿਰੇ ਬੁੱਲੇ ਦੀਏ, ਕਾਫੀਏ ਨਹੀਂ ਕਿਹਦੇ ਤੇਰਾ ਲਾ ਲਿਆ ਸ਼ਿੰਗਾਰ। ਤੇ ਫਿਰ ਜਦੋਂ ਉਹ ਲਾਈਨਾਂ ਯਾਦ ਆਉਂਦੀਆਂ ਨੇ ਨਾ, ਫਿਰ ਯਾਦ ਆਉਂਦਾ ਹੈ ਕਿ ਆ ਸੂਬੀ ਤੋਂ ਕਰਾਉਣਾ ਕੀ ਸੀ ਅਸੀਂ। ਸਾਡੇ ਬਹੁਤ ਸਾਰੇ ਮਸਲੇ ਵੈਸੇ ਹੀ ਖਤਮ ਹੋ ਜਾਂਦੇ ਜੇ ਸਾਰਾ ਪੰਜਾਬ ਇੱਕ ਹੁੰਦਾ।
ਤੇ 30 ਤੋਂ ਵੱਧ ਸੀਟਾਂ ਹੁੰਦੀਆਂ ਲੋਕ ਸਭਾ ਦੀਆਂ ਤੇ ਸੈਂਟਰ ਵਾਲੇ ਵੀ ਤਰਬਕਦੇ। ਹੁਣ ਉਹ 13 ਸੀਟਾਂ ਨੂੰ ਰੂੰਗਾ ਸਮਝਦੇ ਨੇ। ਉਹ ਮੀਰ ਆਲਮ ਦੀ ਵਹੁਟੀ ਵਾਂਗ ਉਹ ਕਿਸੇ ਦੇ ਘਰੇ ਸ਼ਗਨ ਪਾਉਣ ਚੱਲੀ ਸੀ, ਰਸਤੇ 'ਚੋਂ ਕਿਸੇ ਸਰਦਾਰਨੀ ਨੇ ਕਹਿਤਾ ਵੀ ਆ ਮੇਰੇ ਵੀ 50 ਰੁਪਏ ਪਾ ਆਈ, ਤੇ ਵਾਪਸੀ ਤੇ ਹੁੱਬ ਕੇ ਕਹਿੰਦੀ ਆਉਂਦੀ ਹੈ ਕਿ ਜੈਲਦਾਰਾਂ ਦੇ ਮੁੰਡੇ ਦਾ ਸ਼ਗਨ ਪੈ ਰਿਹਾ ਸੀ, ਮੈਂ ਤੇ ਸਰਦਾਰਨੀ ਨੇ ਰਲ ਮਿਲ ਕੇ 51 ਪਾਤੇ। ਇਹ 13 ਸੀਟਾਂ ਨੂੰ ਤਾਂ ਉਹ ਮੀਰ ਆਲਮ ਦਾਦੀ ਵਾਂਗ ਰਲ ਮਿਲ ਕੇ 51 ਸਮਝਦੇ ਨੇ। ਜੇ ਕਿਤੇ ਅਸੀਂ 30 32 35 ਸੀਟਾਂ ਤੱਕ ਹੁੰਦਾ ਤਾਂ ਇਹਨਾਂ ਨੂੰ ਪੰਜਾਬ ਪ੍ਰਤੀ ਨਜ਼ਰੀਆ ਹੋਰ ਹੁੰਦਾ। ਅੱਜ ਵੀ ਜੇ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਦੇ ਵਿੱਚ ਰਾਜ ਕਰਦੀ ਹੈ, ਜੇ ਪੰਜਾਬ ਪ੍ਰਤੀ ਕੋਈ ਹੇਜ ਦਿਖਾਉਂਦੀ ਹੈ, ਤਾਂ ਇਹ ਲੀਡਰ ਆਪਣੇ ਨਿੱਜੀ ਮਫਾਦਾਂ ਦੀ ਥਾਂ ਤੇ ਕੋਈ ਪੰਜਾਬ ਦੀ ਮੰਗ ਕਰ ਲੈਣ। ਹਾਲ ਹੀ ਦੇ ਵਿੱਚ ਸੁਨੀਲ ਜਾਖੜ ਸਾਹਿਬ ਗਏ ਨੇ। ਮੈਂ ਉਸ ਬੰਦੇ ਦੀ ਸ਼ਲਾਘਾ ਕਰਦਾ ਹਮੇਸ਼ਾ, ਤੇ ਸਾਡੇ ਨਾਲ ਵਿਵਹਾਰ ਵੀ ਬਹੁਤ ਵਧੀਆ ਹੈਗਾ। ਜਦੋਂ ਕਿਤੇ ਮਿਲੀ ਤਾਂ ਭੱਜ ਕੇ ਮਿਲਦੇ ਨੇ। ਉਹਨੇ ਇੱਕੋ ਗੱਲ ਕੀਤੀ ਗ੍ਰਹਿ ਮੰਤਰੀ ਸਾਹਿਬ ਨੂੰ ਮਿਲ ਕੇ ਕਿ ਸ਼ਾਹ ਸਾਹਿਬ, ਪੰਜਾਬ ਦੀ ਕੋਈ ਮੰਗ ਹੀ ਮੰਨ ਲਓ, ਪੰਜਾਬ ਨੂੰ ਵੀ ਵੱਧ ਅਧਿਕਾਰ ਦੇ ਦਿਓ ਜਿਵੇਂ ਦੂਜੇ ਰਾਜਾਂ ਨੂੰ ਦਿੱਤੇ ਨੇ। ਤੇ ਇੱਥੇ ਕਈਆਂ ਨੇ ਜੇ ਗਏ, ਆ ਮੁੰਡੇ ਨੂੰ ਮੰਤਰੀ ਬਣਾ ਦਿਓ, ਨੂੰਹ ਨੂੰ ਮੰਤਰੀ ਬਣਾ ਦਿਓ। ਤੇ ਜਦੋਂ 2004 ਦੇ ਵਿੱਚ ਵਾਜਪਾਈ ਸਰਕਾਰ ਵੇਲੇ ਪਹਾੜੀ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਗਏ, ਤੇ ਪੰਜਾਬ ਨਾਲ ਸੰਬੰਧਿਤ ਇੱਕ ਰਾਜ ਮੰਤਰੀ ਤੇ ਪਿਤਾ ਜੀ ਬਹੁਤ ਬਿਨਾਂ ਕਿਸੇ ਨੂੰ ਮਿਲਿਆ, ਜਦੋਂ ਥਰਡ ਫਰੰਟ ਦੇ ਨਾਲ ਸੀ 1996 ਵੇਲੇ, ਤੇ ਨੰਗੇ ਪੈਰੀ ਜਾ ਕੇ ਵਾਜਪਾਈ ਨਾਲ ਸਮਝੌਤਾ ਕਰਿਆ, ਅਸੀਂ ਤਾਂ ਬਿਨਾਂ ਸ਼ਰਤ ਤੁਹਾਡੇ ਨਾਲ ਹੈ। ਬਿਨਾਂ ਸ਼ਰਤ ਕਾਹਦੀ ਸੀ? ਅਸੀਂ ਮੰਤਰੀ ਮੰਡਲ ਦੇ ਵਿੱਚ ਹਿੱਸਾ ਲਿਆ ਪਰ ਪੰਜਾਬ ਦੀ ਗੱਲ ਨਹੀਂ ਕੀਤੀ। ਚੰਗਾ ਹੋ ਗਿਆ ਜੇ ਜਾਖੜ ਸਾਹਿਬ ਨੇ ਕਿਹਾ ਕਿ ਜਿਵੇਂ ਦੂਜੇ ਰਾਜਾਂ ਨੂੰ ਦਿੱਤਾ ਹੈ, ਇਹ ਸਾਨੂੰ ਦਿਓ। ਇਹ ਪੰਜਾਬ ਦੀ ਸਾਂਝੀ ਮੰਗ ਹੋਣੀ ਚਾਹੀਦੀ ਹੈ। ਇਹਦੇ ਵਿੱਚ ਨਾ ਅਕਾਲੀ, ਨਾ ਕੋਈ ਕਾਂਗਰਸੀ, ਨਾ ਆਮ ਆਦਮੀ, ਨਾ ਖੱਬੀਆਂ ਧਿਰਾਂ, ਇਹੋ ਜਿਹੇ ਮੰਗਾਂ ਦੇ ਉੱਤੇ ਸਾਡੀਆਂ ਸਾਰੀ ਸਿਆਸੀ ਪਾਰਟੀਆਂ ਨੂੰ ਸਾਂਝੇ ਤੌਰ ਤੇ ਇਕੱਠੇ ਹੋ ਕੇ ਜਾਣਾ ਚਾਹੀਦਾ ਹੈ ਕੇਂਦਰ ਸਰਕਾਰ ਕੋਲੇ, ਕਿ ਜਿਵੇਂ ਦੂਜਿਆਂ ਨੂੰ ਤੁਸੀਂ ਵੱਧ ਅਧਿਕਾਰ ਦਿੱਤੇ ਹੋਏ ਹੈ, ਪੰਜਾਬ ਨੂੰ ਵੀ ਦੇ ਦਿਓ। ਕੁਰਬਾਨੀ ਦੇ ਪੱਖ ਤੋਂ ਪੰਜਾਬ ਸਭ ਤੋਂ ਮੋਹਰੀ ਹੈ। ਤੁਹਾਨੂੰ ਅਨਾਜ ਦੇ ਵਿੱਚ ਆਤਮ ਨਿਰਭਰ ਤੁਸੀਂ ਠੂਠਾ ਮੰਗ ਕੇ ਵਿਦੇਸ਼ਾਂ 'ਚੋਂ ਮੰਗਦੇ ਫਿਰਦੇ ਸੀ, ਉਹ ਪੰਜਾਬ ਤੇ ਕਿਸਾਨ ਨੇ ਸਭ ਤੋਂ ਮੋਹਰੀ ਭੂਮਿਕਾ ਅਦਾ ਕੀਤੀ ਹੈ। ਤੇ ਉਹ ਪੰਜਾਬ ਦਾ ਬੇੜਾ ਗਰਕ ਕਿਉਂ ਕਰਨ ਤੇ ਲੱਗੇ ਵਿਓ? ਪੰਜਾਬ ਨੂੰ ਵੱਧ ਅਧਿਕਾਰ ਦਿਓ, ਪੰਜਾਬ ਖੁਸ਼ਹਾਲ ਹੋਵੇ। ਤੇ ਜਿਹੜਾ ਪੰਜਾਬ ਕਿਸੇ ਵੇਲੇ 1 ਨੰਬਰ ਤੇ ਹੁੰਦਾ ਸੀ, ਇਹਨਾਂ ਰਾਜਨੀਤਾਂ ਲੋਕਾਂ ਦੀਆਂ ਕਰਤੂਤਾਂ ਕਰਕੇ ਅੱਜ ਉਹ 19 ਚੋਂ 17ਵੇਂ ਨੰਬਰ ਤੇ ਪ੍ਰਤੀ ਜੀ ਆਮਦਨ ਦੇ ਵਿੱਚ ਚਲਿਆ ਗਿਆ। ਉਹਦੇ ਵਿੱਚ ਇਹਨਾਂ ਦੀਆਂ ਭੂਮਿਕਾਵਾਂ ਨੇ। ਇਹਨਾਂ ਨੇ ਘਰ ਦੀਆਂ ਤਜੌਰੀਆਂ ਤਾਂ ਬਹੁਤ ਮੋਟੀਆਂ ਭਰ ਲਈਆਂ, ਲੇਕਿਨ ਪੰਜਾਬ ਦੇ ਖਜ਼ਾਨੇ ਦੇ ਵਿੱਚ ਐਡੇ ਐਡੇ ਮਗੋਰੇ ਲਾਤੇ, ਕੋਈ ਮੈਨੂੰ ਮਸ਼ੀਨ ਹੀ ਨਹੀਂ ਲੱਭਦੀ ਜਿਹੜੀ ਸਿਉਂ ਕੇ 4 ਛੱਲੜ ਪੰਜਾਬ ਦੇ ਖਜ਼ਾਨੇ ਦੇ ਵਿੱਚ ਪਾਉਣ ਦਾ ਯਤਨ ਕਰੇ। ਜੀ, ਜੇਕਰ ਗੱਲ ਕੀਤੀ ਜਾਵੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ, ਜੋ ਕਿ ਕਾਫੀ ਲੰਬੇ ਸਮੇਂ ਤੋਂ ਡਰੱਗ ਮਾਮਲੇ ਲੈ ਕੇ ਜੇਲ੍ਹ ਦੇ ਵਿੱਚ ਬੰਦ ਨੇ, ਤਾਂ ਅਦਾਲਤ ਨੇ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਨੂੰ ਲੈ ਕੇ ਜਿਹੜੀ ਤਰੀਕ ਅੱਗੇ 30 ਮਈ ਪਾ ਦਿੱਤੀ ਹੈ ਜੀ। ਦੇਖੋ, ਬਿਕਰਮ ਸਿੰਘ ਮਜੀਠੀਆ 24 ਫਰਵਰੀ ਤੋਂ ਲੈ ਕੇ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਨਿਆਇਕ ਹਿਰਾਸਤ ਅਧੀਨ ਨੇ। ਪੂਰੀ ਅੱਤ ਦੀ ਗਰਮੀ ਉਹਨਾਂ ਨੇ ਜੇਲ੍ਹ ਦੇ ਵਿੱਚ ਕੱਟੀ ਹੈ। ਇੱਕ ਸਿੱਟ ਨਵੀਂ ਬਣੀ ਹੈ, ਪੁਰਾਣੀ ਸਿੱਟ ਦੀ ਥਾਂ ਤੇ ਉਹਨੇ ਅਜੇ ਆਪਣੀ ਰਿਪੋਰਟ ਦੇਣੀ ਹੈ। ਪਤਾ ਲੱਗਿਆ ਕਿ ਪੰਜਾਬ ਦਾ ਜਿਹੜਾ ਐਡਵੋਕੇਟ ਜਨਰਲ ਦੀ ਟੀਮ ਹੈ, ਉਹਨਾਂ ਨੇ ਸਮਾਂ ਮੰਗਿਆ ਕਿ ਸਿੱਟ ਨਵੀਂ ਬਣ ਗਈ ਹੈ, ਇਹਦੇ ਵਿੱਚ ਕਈ ਤੱਥ ਨਵੇਂ ਆ ਗਏ ਨੇ, ਇਸ ਕਰਕੇ ਸਾਨੂੰ ਅਜੇ ਕੋਈ ਟਾਈਮ ਦਿਓ ਤਾਂ ਕਿ ਨਵੇਂ ਤੱਥ ਤੁਹਾਡੇ ਕੋਲ ਲੈ ਕੇ ਆਈਏ। ਤੇ ਹੈਰਾਨੀ ਇਸ ਗੱਲ ਦੀ ਹੁੰਦੀ ਹੈ, ਜਿਨ੍ਹਾਂ ਨੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਤੇ ਅਮਰਿੰਦਰ ਸਿੰਘ ਨੂੰ ਲਾ ਕੇ ਵੀ ਜਿਹੜੇ ਬਾਅਦ 'ਚ ਆਏ ਸੀ, ਜਿਨ੍ਹਾਂ ਨੇ ਪਰਚਾ ਦਰਜ ਕਰਾਇਆ, ਤੇ ਉਹਨਾਂ ਨੇ ਬਿਕਰਮ ਸਿੰਘ ਮਜੀਠੀਏ ਦੀ ਅਦਾਲਤ ਦੇ ਵਿੱਚ ਜਾ ਕੇ ਹਿਰਾਸਤੀ ਪੁੱਛਗਿੱਛ ਦੀ ਕੋਈ ਗੱਲ ਹੀ ਨਹੀਂ ਕੀਤੀ। ਇਹ ਚੱਲਦਾ ਕਿ ਉਸ ਵੇਲੇ ਦੇ ਜਾਂਚ ਅਧਿਕਾਰੀ ਨੇ ਆਪਣੇ ਮੁੰਡੇ ਨੂੰ ਵਧੀਆ ਉਹਦੇ ਤੇ ਸੈੱਟ ਕਰ ਲਿਆ, ਪਰ ਇਸ ਕੇਸ ਦੇ ਵਿੱਚ ਕੁਝ ਨਹੀਂ ਕੀਤਾ। ਇਸ ਕਰਕੇ ਇਹ ਤਾਂ ਅਧਿਕਾਰੀ ਦੱਸ ਸਕਦੇ ਨੇ
ਕਹਿੰਦੇ ਉਹਨਾਂ ਨੇ ਜਦੋਂ ਪੁੱਛਗਿੱਛ ਵੀ ਕੀਤੀ ਤਾਂ ਅਦਾਲਤੀ ਅਹਾਤੇ ਦੇ ਵਿੱਚ ਹੀ ਇੱਕ ਪਾਸੇ ਘੰਟਾ ਕੁ ਬਹਿ ਕੇ ਗੱਲਬਾਤ ਕਰ ਲਈ। ਮਜੀਠੀਆ ਇੱਕ ਦੋ ਵਾਰ ਉਹਨਾਂ ਦੀ ਸਿੱਟ ਕੋਲੇ ਪੇਸ਼ ਹੋਣ ਵੀ ਆਏ ਸੀ। ਉਦੋਂ ਬੜਾ ਜ਼ੋਰ ਲਾਇਆ ਕਿ ਸਾਨੂੰ ਹਿਰਾਸਤੀ ਜਾਂਚ ਚਾਹੀਦੀ ਹੈ, ਪਰ ਜਦੋਂ ਹਿਰਾਸਤੀ ਜਾਂਚ ਮੰਗਣ ਦਾ ਵੇਲਾ ਆਇਆ ਨਹੀਂ ਮੰਗਿਆ। ਹੁਣ ਕੀ ਹੁੰਦਾ ਹੈ, ਮੇਰੇ ਸੂਤਰਾਂ ਦੀ ਜਾਣਕਾਰੀ ਦੱਸਦੀ ਹੈ ਕਿ ਬਿਕਰਮ ਸਿੰਘ ਮਜੀਠੀਏ ਦੀ ਜ਼ਮਾਨਤ ਕਰਾਉਣ ਵਾਸਤੇ ਪੱਬਾਂ ਭਾਰ ਹੋਏ ਫਿਰਦੇ ਨੇ। ਕਈ ਅਜਿਹੇ ਸ਼ਖਸੀਅਤਾਂ ਨੂੰ ਵੀ ਵਿੱਚ ਪਾਇਆ ਜਾ ਰਿਹਾ ਹੈ ਜਿਨ੍ਹਾਂ ਦਾ ਰਾਜਨੀਤੀ ਨਾਲ ਸੰਬੰਧ ਨਹੀਂ, ਕਿ ਤੁਸੀਂ ਇੱਕ ਵਾਰੀ ਜ਼ਮਾਨਤ ਕਰਾ ਦਿਓ। ਇਹ ਚਰਚਾਵਾਂ ਨੇ, ਇਹਦੀ ਅਸਲੀਅਤ ਤਾਂ ਪਤਾ ਲੱਗੇਗੀ 30 ਨੂੰ ਕਿ ਉਹ ਅਮਲੀ ਜਾਮੇ 'ਚ ਆਉਂਦੀ ਹੈ ਜਾਂ ਲੰਗੋਟਾ ਡਾਕੀ ਸੀ। ਜੀ ਅਕਾਲੀ ਦਲ ਸੰਯੁਕਤ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਕਮੇਟੀ ਬਣਾਈ ਗਈ ਆ ਉਹਦੇ 'ਚੋਂ ਬਾਹਰ ਕੱਢਣ ਦੀ ਮੰਗ ਕੀਤੀ ਗਈ ਹੈ ਜੀ। 3 ਮਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਸੀ ਕਿ ਉੱਥੇ ਸੱਦੇ ਗਏ ਸਾਰੇ। ਉਸ ਵੇਲੇ ਇੱਕ 9 ਮੈਂਬਰੀ ਕਮੇਟੀ ਬਣਾਈ ਸੀ। ਉਸ ਤੋਂ ਬਾਅਦ ਉਹਦੇ ਵਿੱਚ 2 ਬੰਦੇ ਨਵੇਂ ਸ਼ਾਮਲ ਕਰਤੇ, ਅਵਤਾਰ ਸਿੰਘ ਹਿੱਤ ਪਟਨਾ ਸਾਹਿਬ ਤੇ ਭੁਪਿੰਦਰ ਸਿੰਘ ਮਨਹਾਸ ਤਖਤ ਸ੍ਰੀ ਹਜੂਰ ਸਾਹਿਬ। ਉਹਦੇ ਵਿੱਚ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕੱਲ੍ਹ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਇੱਕ ਤਾਂ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਦਾ ਮੁੱਖ ਬੁਲਾਰਾ ਲਾ ਲਿਆ, ਤੇ ਦੂਜਾ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਸ ਕਮੇਟੀ ਦਾ ਮੈਂਬਰ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਇੱਕ ਸਿਆਸੀ ਪਾਰਟੀ ਦਾ ਮੁਖੀ ਹੈ। ਉਹ ਸਿਆਸੀ ਪਾਰਟੀ ਜਿਹਨੇ ਪੰਥ ਦਾ ਬੇੜਾ ਗਰਕ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨਾਂ ਨੇ ਪੰਥ ਨੂੰ ਨੁਕਸਾਨ ਬਹੁਤ ਪਹੁੰਚਾਇਆ ਹੈ। ਉਹਨਾਂ ਦੇ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਰੁਮਤੀਆਂ ਹੋਈਆਂ ਨੇ, ਤੇ ਇੱਕ ਬੰਦਾ ਗੁਰੂ ਸਾਹਿਬ ਦੀ ਪੋਸ਼ਾਕ ਪਾ ਕੇ ਰੂਹ ਅਫਜਾ ਪਚਾ ਕੇ ਕਹਿ ਰਿਹਾ ਕਿ ਮੈਂ ਜਾਮੇ ਇਨਸਾਫ ਲਾ ਰਿਹਾ। 295 ਦਾ ਪਰਚਾ ਦਰਜ ਹੁੰਦਾ ਤੇ ਪਰਚਾ ਕੈਂਸਲ ਹੁੰਦਾ ਹੈ। ਇਹ ਵਾਪਸ ਲੈਂਦੇ ਨੇ ਸ਼੍ਰੀਮਾਨ ਜੀ। ਦੂਜਾ ਬੜਗਾਰੀ ਵਰਗਾ ਘਟਨਾ ਵਾਪਰੀ, ਲਲਕਾਰ ਕੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ, ਗੁਰੂ ਸਾਹਿਬ ਦੇ ਬੀੜ ਚੋਰੀ ਕੀਤੀ ਗਈ ਤੇ ਕਿਹਾ ਕਿ ਉਹੀ ਕੁਝ ਕੀਤਾ। ਉਹਨਾਂ ਦੇ ਅੰਗ ਗਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਸੁੱਟੇ ਗਏ। ਇਹ ਉਹਨਾਂ ਦੇ ਰਾਜ 'ਚ ਹੋਇਆ ਸੀ ਤੇ ਉਹ ਕਿਸੇ ਨੂੰ ਫੜਨ 'ਚ ਕਾਮਯਾਬ ਨਾ ਹੋਏ, ਤੇ ਉਹਨਾਂ ਨੇ ਆਪਦੀਆਂ ਕੋਠੀਆਂ 'ਚ ਜਥੇਦਾਰ ਸੱਦੇ, ਉਹਨਾਂ ਨੂੰ ਹੁਕਮ ਦਿੱਤਾ ਕਿ ਉਹ ਜਿਹੜਾ ਸਰਸੇ ਵਾਲਾ ਹੈ ਉਹਨੂੰ ਮਾਫ ਕਰ ਦਿਓ। ਉਹਨੇ ਮਾਫੀ ਮੰਗੀ ਨਹੀਂ। ਉਹ ਟੈਲੀविजन ਤੇ ਕਹਿੰਦਾ है मेरे पास जे काल तख्त वाले एक पत्र लेकर आए थे, जहां हस्ताक्षर कर दो हमने कर दिए। ये फिर आए, उसमें कमी थी, मैं नवा पत्र लेकर आए हैं, इस पे हस्ताक्षर कर दो हमने वहां भी कर दिए। तो उन्होंने माफियां बिना मंगिया माफियां इन्होंने दित्तियां। इन्होंने पंथ नूं ढाह लाउण दा यतन अपनी सरकार वेले कीता। इस सुखबीर सिंह बादल का इस कमेटी दे विच कोई था नहीं। उन्होंने ढींडसा साहब वड्डिया ने भाई बलजीत सिंह दादूवाल के स्टैंड ते हरमीत सिंह कालका के स्टैंड की, जिहड़े दोने ही इस कमेटी के मैंबर ने, उहदी पुरजोर हमायत की है कि जिहड़ी उन्होंने मंग चक्की है असीं 100% उहदे नाल सहमत है। जी ਧੰਨਵਾਦ ਜੀ। ਇਹ ਸਨ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੇ ਵੱਖੋ ਵੱਖਰੇ ਮੁੱਦਿਆਂ ਤੇ ਚਰਚਾ ਕੀਤੀ। ਹੁਣ ਦੇਖਣਾ ਇਹ ਹੋਊਗਾ ਕਿ ਭਗਵੰਤ ਮਾਨ ਵੱਲੋਂ ਜੋ ਆਪਣੇ ਮੰਤਰੀ ਤੇ ਐਡਾ ਵੱਡਾ ਐਕਸ਼ਨ ਲਿਆ ਗਿਆ ਉਸ ਨੂੰ ਲੈ ਕੇ ਕਿਹੜੀਆਂ ਧਾਰਾਵਾਂ ਜਿਹੜੀਆਂ ਲਗਾਈਆਂ ਜਾਣਗੀਆਂ, ਤੇ ਇਸ ਤੋਂ ਇਲਾਵਾ ਹੁਣ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਲਈ ਕਮੇਟੀ ਬਣਾਈ ਗਈ, ਕੀ ਉਹ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕਰਦੇ ਨੇ ਜਾਂ ਫਿਰ ਨਹੀਂ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਧੰਨਵਾਦ।